मैं मनोहर लाल गौरमेंट सीनियर सैकेंडरी स्कूल धूलका डिस्ट्रिक्ट ਅੰਮ੍ਰਿਤਸਰ ਵਿਖੇ ਬਤੌਰ ਵੋਕੇਸ਼ਨਲ ਟ੍ਰੇਨਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ। ਅੱਜ ਮੈਂ ਤੁਹਾਡੇ ਨਾਲ ਰਿਟੇਲ ਦੇ ਰਿਗਾਰਡਿੰਗ ਇੱਕ ਟੌਪਿਕ ਡਿਸਕਸ ਕਰਨ ਜਾ ਰਿਹਾ ਹਾਂ, ਜਿਸ ਦਾ ਨਾਮ ਹੈ ਪਰਚੂਨ ਸਟੋਰਾਂ ਦੀਆਂ ਗਤੀਵਿਧੀਆਂ। ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਆਖਿਰਕਾਰ ਪਰਚੂਨ ਕੀ ਹੈ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਪਰਚੂਨ ਦੁਕਾਨ ਉਹ ਕਿੱਤਾ ਜਾਂ ਬਿਜ਼ਨਸ ਹੈ ਜੋ ਗਾਹਕ ਅਤੇ ਖਪਤਕਾਰ ਨੂੰ ਉਹਨਾਂ ਦੀਆਂ ਨਿੱਜੀ ਅਤੇ ਪਰਿਵਾਰਕ ਲੋੜਾਂ ਪੂਰੀਆਂ ਕਰਨ ਲਈ ਵਸਤਾਂ ਅਤੇ ਸੇਵਾਵਾਂ ਮੁਹੱਈਆ ਕਰਦੀ ਹੈ। ਅੱਜ ਅਸੀਂ ਗੱਲ ਕਰਦੇ ਹਾਂ ਕਿ ਪਰਚੂਨ ਜੋ ਉਦਯੋਗ ਹੈ ਉਹ ਅੱਜ ਬਹੁਤ ਹੀ ਵੱਡਾ ਯੋਗਦਾਨ ਪਾ ਰਿਹਾ ਹੈ ਦੇਸ਼ ਦੀ ਤਰੱਕੀ ਵਿੱਚ। ਇਸ ਦੇ ਬਾਅਦ ਅਸੀਂ ਗੱਲ ਕਰਦੇ ਹਾਂ ਪਰਚੂਨ ਸਟੋਰਾਂ ਦਾ ਵਰਗੀਕਰਨ ਕਿਵੇਂ ਕੀਤਾ ਜਾਂਦਾ ਹੈ। ਇਸ ਦੇ ਵਰਗੀਕਰਨ ਵਿੱਚ ਵੇਚਿਆ ਜਾਣ ਵਾਲਾ ਸਮਾਨ, ਖਾਣ ਪੀਣ ਵਾਲਾ ਸਮਾਨ, ਹੰਢਣਸਾਰ ਸਮਾਨ ਜਿਵੇਂ ਫਰਨੀਚਰ, ਖੇਡਾਂ ਦਾ ਸਮਾਨ, ਉਪਕਰਨ, ਨਰਮ ਖਪਤਕਾਰੀ ਵਸਤਾਂ ਜਿਵੇਂ ਕੱਪੜੇ। ਹੁਣ ਅਸੀਂ ਗੱਲ ਕਰਦੇ ਹਾਂ ਵਸਤਾਂ ਅਤੇ ਸੇਵਾਵਾਂ ਵਿੱਚ ਅੰਤਰ ਕੀ ਹੈ। ਵਸਤਾਂ, ਪਿਆਰੇ ਵਿਦਿਆਰਥੀਓ, ਉਹ ਹੁੰਦੀਆਂ ਹਨ ਜੋ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ, ਜਿਵੇਂ ਕੱਪੜਾ, ਜੁੱਤੇ, ਇਲੈਕਟ੍ਰੀਸਿਟੀ ਦਾ ਸਮਾਨ, ਖੇਡਾਂ ਦਾ ਸਮਾਨ ਅਤੇ ਹੋਰ ਆਦਿ ਜੋ ਵੀ ਅਸੀਂ ਛੋਟੇ ਤੋਂ ਛੋਟਾ ਸਮਾਨ ਅਤੇ ਵੱਡੇ ਤੋਂ ਵੱਡੇ ਸਮਾਨ ਨੂੰ ਖਰੀਦਦੇ ਹਾਂ, ਉਹ ਵਸਤਾਂ ਵਿੱਚ ਹੀ ਆਉਂਦਾ ਹੈ ਅਤੇ ਉਹਨਾਂ ਵਸਤਾਂ ਨੂੰ ਵੇਚਣ ਪਿੱਛੇ ਕੀਤਾ ਗਿਆ ਕੰਮ ਉਹ ਆਦਿ ਸੇਵਾਵਾਂ ਅਖਵਾਉਂਦਾ ਹੈ। ਅਜੋਕੇ ਸਮੇਂ ਵਿੱਚ ਅਸੀਂ ਗੱਲ ਕਰਦੇ ਹਾਂ ਔਨਲਾਈਨ ਸ਼ਾਪਿੰਗ। ਤੁਸੀਂ ਜਿੱਦਾਂ ਕਿ ਸਾਰੇ ਜਾਣਦੇ ਹੋ ਵਿਦਿਆਰਥੀਓ, ਅੱਜ ਦੇ ਸਮੇਂ ਵਿੱਚ ਕਿਸੇ ਵੀ ਵਿਅਕਤੀ ਕੋਲ ਇੰਨਾ ਟਾਈਮ ਨਹੀਂ ਕਿ ਉਹ ਆਪਣਾ ਟਾਈਮ ਕੱਢ ਕੇ ਜਗ੍ਹਾ 'ਤੇ ਜਾ ਕੇ ਆਪਣਾ ਸਮਾਨ ਖਰੀਦ ਸਕੇ। ਇਸ ਲਈ ਵਿਅਕਤੀ ਕੀ ਕਰਦਾ ਹੈ ਕਿ ਔਨਲਾਈਨ ਸ਼ਾਪਿੰਗ ਨੂੰ ਪਸੰਦ ਕਰਦਾ ਹੈ। ਔਨਲਾਈਨ ਸ਼ਾਪਿੰਗ ਵਿੱਚ ਕੀ ਹੁੰਦਾ ਹੈ ਕਿ ਵਿਅਕਤੀ ਘਰ ਬੈਠਿਆਂ ਹੀ ਆਪਣੀ ਜ਼ਰੂਰਤ ਅਤੇ ਨਿੱਜੀ ਲੋੜਾਂ ਦਾ ਸਮਾਨ ਮੰਗਵਾ ਸਕਦਾ ਹੈ ਅਤੇ ਖਰੀਦਦਾਰੀ ਕਰ ਸਕਦਾ ਹੈ ਅਤੇ ਆਪਣੀਆਂ ਜ਼ਰੂਰਤਾਂ ਮੁਤਾਬਕ ਉਹ ਸਮਾਨ ਦੀ ਖਰੀਦਦਾਰੀ ਕਰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਸਟੋਰ ਵਿੱਚ ਹੋਣ ਵਾਲੀਆਂ ਗਤੀਵਿਧੀਆਂ। ਸਟੋਰ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈ ਸਾਡੇ ਕੋਲ ਸਟੋਰ ਸਥਾਪਿਤ ਕਰਨਾ। ਦੂਸਰਾ ਹੈ ਗਾਹਕਾਂ ਨੂੰ ਆਕਰਸ਼ਿਤ ਕਰਨਾ। ਗਾਹਕਾਂ ਨੂੰ ਕਿਵੇਂ ਆਕਰਸ਼ਿਤ ਕਰਨਾ ਹੈ, ਇਹ ਵੀ ਇੱਕ ਪ੍ਰਬੰਧਕ ਦੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਇੰਪਲੋਏ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਗਾਹਕਾਂ ਨੂੰ ਕਿਵੇਂ ਆਕਰਸ਼ਿਤ ਕਰਦਾ ਹੈ, ਕਿਵੇਂ ਗਾਹਕਾਂ ਨਾਲ ਵਿਵਹਾਰ ਕਰਦਾ ਹੈ ਅਤੇ ਸਫਾਈ ਦਾ ਧਿਆਨ ਰੱਖਦਾ ਹੈ ਅਤੇ ਕਿਵੇਂ ਸੇਵਾਵਾਂ ਮੁਹੱਈਆ ਕਰਾਉਂਦਾ ਹੈ। ਇਸ ਵਿੱਚ ਤੀਸਰਾ ਪੁਆਇੰਟ ਹੈ ਵਸਤਾਂ ਦੀ ਖਰੀਦ ਕਰਨੀ। ਅੱਗੇ ਹੈ ਸਾਡੇ ਕੋਲ ਕਰਮਚਾਰੀ ਰੱਖਣੇ। ਕਰਮਚਾਰੀਆਂ ਨੂੰ ਆਪਾਂ ਇੱਕ ਵਧੀਆ ਤਰੀਕੇ ਨਾਲ ਰੱਖਣਾ ਹੁੰਦਾ ਹੈ ਤਾਂ ਕਿ ਉਹ ਆਪਣੀਆਂ ਸੇਵਾਵਾਂ ਨਿਭਾ ਸਕਣ। ਕੀਮਤਾਂ ਨਿਰਧਾਰਿਤ ਕਰਨੀਆਂ ਪੈਂਦੀਆਂ ਹਨ। ਵਸਤਾਂ ਦਾ ਭੰਡਾਰ ਕਰਨਾ, ਵਿਗਿਆਪਨ ਕਰਨਾ ਆਦਿ ਇਸ ਵਿੱਚ ਸ਼ਾਮਿਲ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਆਦਰਸ਼ ਕਾਰਵਾਈ ਜ਼ਾਬਤਾ, ਜਿਸ ਨੂੰ ਇੰਗਲਿਸ਼ ਵਿੱਚ ਕਹਿ ਦਿੰਦੇ ਹਨ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ। ਇਸ ਨੂੰ SOP ਵੀ ਕਿਹਾ ਜਾਂਦਾ ਹੈ ਸ਼ਾਰਟ ਫਾਰਮ ਵਿੱਚ। SOP ਦਾ ਮਤਲਬ ਕੀ ਹੁੰਦਾ ਹੈ? ਲਿਖਤੀ ਨਿਰਦੇਸ਼ਾਂ ਦਾ ਸਮੂਹ ਹੁੰਦਾ ਹੈ ਜਿਸ ਵਿੱਚ ਸੰਸਥਾ ਵਿੱਚ ਹੋਣ ਵਾਲੇ ਰੋਜ਼ਾਨਾ ਕੰਮਾਂ ਦੀ ਵਿਧੀ ਲਿਖੀ ਹੁੰਦੀ ਹੈ। ਇਸ ਵਿੱਚ ਵੱਖਰੇ ਵੱਖਰੇ ਤੱਥ ਹੁੰਦੇ ਹਨ ਜਿਨ੍ਹਾਂ ਦੇ ਅਕੋਰਡਿੰਗ ਇੱਕ ਸੰਸਥਾ ਹੈ ਆਪਣੇ ਰੋਜ਼ਾਨਾ ਦੇ ਕੰਮਾਂ ਦੀ ਪੂਰਤੀ ਕਰਦੀ ਹੈ। ਇਸ ਵਿੱਚ ਅਸੀਂ ਗੱਲ ਕਰਦੇ ਹਾਂ ਪਰਚੂਨ ਆਦਰਸ਼ ਕਾਰਵਾਈ ਜ਼ਾਬਤਾ ਲਾਗੂ ਕਰਨ ਨਾਲ ਸੰਸਥਾ ਦੇ ਕੀ ਫਾਇਦੇ ਹੁੰਦੇ ਹਨ, ਜੋ ਕਿ ਨੰਬਰ ਪਹਿਲਾ ਹੈ ਰੁਕਾਵਟ ਰਹਿਤ ਕੰਮਕਾਜ। ਦੂਸਰਾ ਵਿਕਰੀ ਵਿੱਚ ਵਾਧਾ ਹੁੰਦਾ ਹੈ। ਨੰਬਰ ਤੀਸਰਾ ਕਰਮੀਆਂ ਦੀ ਉਤਪਾਦਕਤਾ ਵਿੱਚ ਵਾਧਾ ਹੁੰਦਾ ਹੈ।
ਸਟੋਰ ਦੀ ਮਸ਼ਹੂਰੀ ਹੁੰਦੀ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਨ ਜਾ ਰਹੇ ਹਾਂ ਸਟੋਰ ਗਤੀਵਿਧੀਆਂ ਦੇ ਬੁਨਿਆਦੀ ਨਿਯਮ। ਜੋ ਸਟੋਰ ਗਤੀਵਿਧੀਆਂ ਵਿੱਚ ਜਿੰਨੇ ਵੀ ਨਿਯਮ ਅਪਣਾਏ ਜਾਂਦੇ ਹਨ ਉਹਨਾਂ ਵਿੱਚ ਇਹ ਸਭ ਪੁਆਇੰਟ ਸ਼ਾਮਿਲ ਹਨ। ਨੰਬਰ ਪਹਿਲਾ ਹੈ ਸਟੋਰ ਦੀ ਰੂਪਰੇਖਾ। ਸਟੋਰ ਦੀ ਰੂਪਰੇਖਾ ਪਿਆਰੇ ਵਿਦਿਆਰਥੀਓ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਗਾਹਕ ਦਾ ਮਨ ਮੋਹ ਲੈ, ਕਿਸੇ ਵੀ ਗਾਹਕ ਦਾ ਮਨ ਨੂੰ ਪਾ ਜਾਵੇ, ਮਤਲਬ ਕਿ ਕੋਈ ਵੀ ਗਾਹਕ ਆਵੇ ਤੇ ਬੇਝਿਜਕ ਆਪਣੀ ਪਸੰਦ ਦਾ ਸਮਾਨ ਖਰੀਦ ਸਕੇ। ਨੰਬਰ 2 ਹੈ ਸਟੋਰ ਦੀ ਤਿਆਰੀ। ਸਟੋਰ ਦੀ ਤਿਆਰੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਕੋਈ ਵੀ ਗਾਹਕ ਆਪਣੇ ਪਸੰਦ ਦਾ ਸਮਾਨ ਜਿੱਥੇ ਪਿਆ ਹੈ ਉੱਥੋਂ ਖਰੀਦ ਸਕੇ। ਨੰਬਰ 3 ਹੈ ਸਟੋਰ ਦੀਆਂ ਕਾਰਜ ਪ੍ਰਣਾਲੀਆਂ। ਨੰਬਰ 3 ਸਟੋਰ ਦੀ ਦੇਖਭਾਲ। ਇਸ ਤੋਂ ਬਾਅਦ ਅਸੀਂ ਗੱਲ ਕਰਨ ਜਾ ਰਹੇ ਹਾਂ, ਹੁਣ ਅਸੀਂ ਗੱਲ ਕਰਦੇ ਹਾਂ ਸਟੋਰ ਦੀ ਰੂਪਰੇਖਾ ਬਾਰੇ। ਸਟੋਰ ਦੀ ਰੂਪਰੇਖਾ ਇਹੋ ਜਿਹੀ ਹੋਣੀ ਚਾਹੀਦੀ ਹੈ, ਉਸ ਦਾ ਡਿਜ਼ਾਈਨ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਕਸਟਮਰ ਨੂੰ ਅੰਦਰ ਵੜਦੇ ਹੀ ਇਹੋ ਜਿਹਾ ਮਹਿਸੂਸ ਹੋਵੇ ਕਿ ਉਹ ਮਤਲਬ ਇੱਕ ਵੱਖਰੀ ਜਗ੍ਹਾ 'ਤੇ ਆ ਗਿਆ ਹੈ ਖਰੀਦ ਕਰਨ ਲਈ। ਉਸ ਦਾ ਇਨਵਾਇਰਮੈਂਟ, ਉਸ ਦੀ ਸਫਾਈ, ਲਾਈਟਾਂ ਦਾ ਅਰੇਂਜਮੈਂਟ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਗਾਹਕ ਨੂੰ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਾ ਆਵੇ, ਆਪਣੀ ਜੋ ਵੀ ਵਸਤੂ ਉਹ ਖਰੀਦਣਾ ਚਾਹੁੰਦਾ ਹੈ। ਹੁਣ ਰੂਪਰੇਖਾ ਦਾ ਮਤਲਬ ਕੀ ਹੁੰਦਾ ਹੈ? ਰੂਪਰੇਖਾ ਦਾ ਮਤਲਬ ਹੁੰਦਾ ਹੈ ਕਿ ਸਟੋਰ ਦੀਆਂ ਅੰਦਰੂਨੀ ਇਕਾਈਆਂ ਨੂੰ ਕਿੱਥੇ ਕਿੱਥੇ ਰੱਖਿਆ ਜਾਵੇ ਤਾਂ ਜੋ ਗਾਹਕ ਆਸਾਨੀ ਨਾਲ ਖਰੀਦ ਕਰ ਸਕੇ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਰੂਪਰੇਖਾ ਬਣਾਉਣ ਵਿੱਚ ਧਿਆਨਯੋਗ ਗੱਲਾਂ ਜੋ ਹੈ ਉਹ ਕਿਹੜੀਆਂ ਹਨ। ਸਭ ਤੋਂ ਪਹਿਲਾਂ ਕੀ ਹੈ, ਉਹ ਆਉਂਦਾ ਹੈ ਆਪਣੇ ਕੋਲ ਪਹਿਲਾ ਪੁਆਇੰਟ ਸਟੋਰ ਦਾ ਵਾਤਾਵਰਨ। ਨੰਬਰ 2 ਵਿਕਰੀ ਵਿੱਚ ਵਾਧਾ। ਨੰਬਰ 3 ਪ੍ਰਤੀ ਵਰਗ ਫੁੱਟ ਲਾਭ ਵਧਾਉਣਾ। ਨੰਬਰ 4 ਦੁਕਾਨ ਦੇ ਰੂਪ ਦਾ ਵਣਜ, ਵਸਤੂ ਨਾਲ ਤਾਲਮੇਲ। ਨੰਬਰ 5 ਅਸਮਰਥਤਾ, ਅੰਗਹੀਣਾਂ, ਅਪਾਹਜਾਂ, ਔਰਤਾਂ ਅਤੇ ਬੱਚਿਆਂ ਲਈ ਸਹਾਇਤਾ ਅਤੇ ਗਾਹਕਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ। ਇਸ ਤੋਂ ਬਾਅਦ ਅਸੀਂ ਗੱਲ ਕਰਨ ਜਾ ਰਹੇ ਹਾਂ ਪਰਚੂਨ ਸਟੋਰਾਂ ਵਿੱਚ ਰੂਪਰੇਖਾ ਦੀਆਂ ਕਿਸਮਾਂ। ਪਰਚੂਨਕਾਰ ਨੂੰ ਦੁਕਾਨ ਦੇ ਅੰਦਰ ਦੀ ਹਰੇਕ ਇਕਾਈ ਲਈ ਪੂਰੀ ਸੋਚ ਵਿਚਾਰ ਕਰਨੀ ਪੈਂਦੀ ਹੈ, ਜਿਵੇਂ ਕਿ ਵਸਤੂ ਪ੍ਰਦਰਸ਼ਨ ਵਾਲੇ ਖਾਨੇ, ਰੈਕ, ਬੂਤਾਂ ਦੀ ਸਥਿਤੀ, ਨਕਦੀ ਗਣਨ ਦੀ ਸਥਿਤੀ ਆਦਿ। ਖਾਸ ਵਿਕਰੀ ਖੇਤਰ ਉਹ ਹੁੰਦਾ ਹੈ, ਇਸ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇਸ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਕੁਝ ਸਪੈਸ਼ਲ ਸਟੋਰ ਹੁੰਦੇ ਹਨ ਜੋ ਕਿ ਆਪਣੀ ਇੱਕ ਵੱਖਰੀ ਪਛਾਣ ਰੱਖਦੇ ਹਨ। ਜਿਵੇਂ ਖਾਸ ਵਿਕਰੀ ਖੇਤਰ ਉਹ ਹੁੰਦਾ ਹੈ ਜਿਸ ਵਿੱਚ ਵਧੀਆ ਨੁਮਾਇਸ਼ ਜਾਂ ਸਕੀਮਾਂ ਆਦਿ ਦਿਖਾ ਕੇ ਗਾਹਕ ਦਾ ਧਿਆਨ ਖਿੱਚਿਆ ਜਾਂਦਾ ਹੈ। ਜਿਵੇਂ ਕੁਝ ਆਫਰਸ ਵੀ ਦਿੱਤੇ ਜਾਂਦੇ ਹਨ ਅਤੇ ਕੁਝ ਨਾਲ ਆਈਟਮ ਦੇ ਨਾਲ ਕੁਝ ਗਿਫਟ ਫ੍ਰੀ ਰੱਖੇ ਜਾਂਦੇ ਹਨ ਜੋ ਕਿ ਸਪੈਸ਼ਲ ਅਖਵਾਉਂਦੇ ਹਨ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਟੋਰ ਦੀ ਰਚਨਾ ਸੰਬੰਧੀ ਕੀ ਟੋਟਕੇ ਅਪਣਾਏ ਜਾਂਦੇ ਹਨ। ਉਸ ਵਿੱਚ ਸਾਡੇ ਕੋਲ ਪਹਿਲਾ ਆਉਂਦਾ ਹੈ ਦੁਕਾਨ ਦਾ ਨਾਮ ਅਤੇ ਲੋਗੋ ਵਾਲਾ ਬੋਰਡ ਉਚਾਈ 'ਤੇ ਲੱਗਾ ਹੋਵੇ। ਨੰਬਰ 2 ਗਾਹਕ ਨੂੰ ਸਕਾਰਾਤਮਕ ਮਾਹੌਲ ਦਿਓ। ਨੰਬਰ 3 ਬੁੱਤਾਂ ਨੂੰ ਨਵੇਂ ਅਤੇ ਪ੍ਰਚਲਿਤ ਕੱਪੜੇ ਪਹਿਨਾਓ। ਇਸ ਤੋਂ ਬਾਅਦ ਡਰੈਸਿੰਗ ਰੂਮ ਦੀ ਸਾਫ਼ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਗਾਹਕਾਂ ਅਨੁਸਾਰ ਦੀਵਾਰਾਂ ਤੇ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਟੋਰ ਵਿੱਚ ਬੇਲੋੜਾ ਫਰਨੀਚਰ ਨਾ ਰੱਖੋ। ਸਟੋਰ ਵਿੱਚ ਤੀਬਰ ਸਵਰ ਵਿੱਚ ਸੰਗੀਤ ਨਹੀਂ ਵਜਾਉਣਾ ਚਾਹੀਦਾ। ਰੋਸ਼ਨੀ ਦਾ ਚੰਗਾ ਪ੍ਰਬੰਧ ਰੱਖਣਾ ਚਾਹੀਦਾ ਹੈ। ਰਸਤੇ ਵਿੱਚ ਰੁਕਾਵਟ ਨਹੀਂ ਹੋਣੀ ਚਾਹੀਦੀ। ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਵਿਕਰੀ ਜ਼ਾਬਤੇ। ਵਿਕਰੀ ਜ਼ਾਬਤੇ ਲਈ ਅਸੀਂ ਕੀ ਕਰਦੇ ਹਾਂ, ਟੀਵੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਰੇਡੀਓ, ਅਖਬਾਰਾਂ, ਮੈਗਜ਼ੀਨ, ਵੱਖਰੇ ਵੱਖਰੇ ਡਿਸਕਾਊਂਟ ਆਫਰ, ਇਹਨਾਂ ਸਭ ਟੋਟਕਿਆਂ ਦੀ, ਇਹਨਾਂ ਸਭ ਜ਼ਾਬਤਿਆਂ ਦੀ ਵਰਤੋਂ ਕਰਕੇ ਅਸੀਂ ਵਿਕਰੀ ਨੂੰ ਵਧਾ ਸਕਦੇ ਹਾਂ। ਹੁਣ ਅਸੀਂ ਦੇਖਾਂਗੇ ਸਟੋਰ ਖੋਲ੍ਹਣ ਅਤੇ ਬੰਦ ਕਰਨ ਦੀ ਵਿਧੀ ਕਿਸ ਪ੍ਰਕਾਰ ਕੰਮ ਕਰਦੀ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਟੋਰ ਖੋਲ੍ਹਣ ਲਈ ਘੱਟੋ ਘੱਟ 2 ਕਰਮਚਾਰੀ ਹੋਣੇ ਚਾਹੀਦੇ ਹਨ। ਇਸ ਤੋਂ ਬਾਅਦ ਗਾਹਕ ਨੂੰ ਪ੍ਰਵੇਸ਼
ਦੀ ਆਗਿਆ ਦੇਣ ਤੋਂ ਪਹਿਲਾਂ ਇਹ ਤਸੱਲੀ ਕਰੋ ਕਿ ਸਾਰੇ ਕੈਮਰਿਆਂ ਦੀ ਨਜ਼ਰ ਠੀਕ ਜਗ੍ਹਾ ਤੇ ਪੈ ਰਹੀ ਹੈ। ਅਲਾਰਮ ਸਿਸਟਮ ਚੈੱਕ ਕੀਤੇ ਜਾਣ। ਖਤਰਾ ਭਾਸ਼ਣ ਤੇ ਸੁਰੱਖਿਆ ਵਿਭਾਗ ਨੂੰ ਜਾਣਕਾਰੀ ਦੇਣੀ। ਨਕਦੀ ਵਾਲਾ ਗੱਲਾ ਅਤੇ ਹੋਰ ਕੀਮਤੀ ਵਸਤਾਂ ਨੂੰ ਸੁਰੱਖਿਆ ਜਗ੍ਹਾ ਤੇ ਤਾਲਾਬੰਦ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਟੋਰ ਦੀ ਦੇਖਭਾਲ। ਸਟੋਰ ਦੀ ਦੇਖਭਾਲ ਲਈ ਸਾਨੂੰ ਸਟੋਰ ਵਿੱਚ CCTV ਕੈਮਰਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਅਤੇ ਚੋਰੀ ਦੀ ਸਥਿਤੀ ਵਿੱਚ ਇਹ CCTV ਕੈਮਰੇ ਸਾਡੀ ਸਹਾਇਤਾ ਕਰ ਸਕਣ। ਧੰਨਵਾਦ ਪਿਆਰੇ ਵਿਦਿਆਰਥੀਓ। ਮੈਂ ਆਸ਼ਾ ਕਰਦਾ ਹਾਂ ਕਿ ਮੇਰਾ ਇਹ ਟੌਪਿਕ ਤੁਹਾਨੂੰ ਪਸੰਦ ਆਇਆ ਹੋਵੇਗਾ। ਥੈਂਕ ਯੂ।